प्यारे विद्यार्थियों, मैं हरप्रीत कौर ਲੈਕਚਰਰ ਪੋਲੀਟੀਕਲ ਸਾਇੰਸ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਚੜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪੜ੍ਹਾ ਰਹੀ ਹਾਂ। ਅੱਜ ਮੈਂ ਤੁਹਾਡੇ ਸਾਹਮਣੇ 11ਵੀਂ ਜਮਾਤ ਦਾ ਵਿਸ਼ਾ ਸੁਤੰਤਰਤਾ ਲੈ ਕੇ ਫਿਰ ਤੋਂ ਹਾਜ਼ਰ ਹੋਈ ਹਾਂ। ਅੱਜ ਅਸੀਂ ਸੁਤੰਤਰਤਾ ਦਾ ਭਾਗ ਦੂਸਰਾ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਸੁਤੰਤਰਤਾ ਦੇ ਭਾਗ ਪਹਿਲਾਂ ਲੈ ਕੇ ਹਾਜ਼ਰ ਹੋਏ ਸੀ। ਉਸ ਵਿੱਚ ਅਸੀਂ ਸੁਤੰਤਰਤਾ ਦਾ ਭਾਗ ਦੂਜਾ ਸਟਾਰਟ ਕਰਨ ਤੋਂ ਪਹਿਲਾਂ ਉਸ ਦੇ ਭਾਗ ਪਹਿਲੇ ਵਿੱਚ ਅਸੀਂ ਕੀ ਕੀਤਾ ਇੱਕ ਵਾਰ ਦੇਖ ਲੈਂਦੇ ਹਾਂ। ਸੁਤੰਤਰਤਾ ਪਾਰਟ 1 ਦੇ ਵਿੱਚ ਅਸੀਂ ਕੀਤਾ ਸੀ ਸੁਤੰਤਰਤਾ ਦਾ ਅਰਥ। ਸੁਤੰਤਰਤਾ ਇੱਕ ਅਜਿਹਾ ਵਾਤਾਵਰਣ ਹੈ ਜਿਸ ਵਿੱਚ ਕੁਝ ਵੀ ਕਰਨ ਦੀ ਖੁੱਲ੍ਹ ਨਹੀਂ ਹੁੰਦੀ, ਬਲਕਿ ਕੁਝ ਰੋਕਾਂ ਵਿੱਚ ਰਹਿ ਕੇ ਜਿਹੜੀ ਆ ਸਹੀ ਤਰੀਕੇ ਨਾਲ ਸੁਤੰਤਰਤਾ ਮਾਣੀ ਜਾ ਸਕਦੀ ਹੈ ਅਤੇ ਸੁਤੰਤਰਤਾ ਉੱਪਰ ਇਹਨਾਂ ਰੋਕਾਂ ਦਾ ਕੰਮ ਸਮਾਜ ਦੇ ਨਿਯਮ ਅਤੇ ਰਾਜ ਦੇ ਕਾਨੂੰਨ ਕਰਦੇ ਹਨ। ਉਸ ਤੋਂ ਬਾਅਦ ਅਸੀਂ ਕੀਤਾ ਸੀ ਸੁਤੰਤਰਤਾ ਸ਼ਬਦ ਦੀ ਉਤਪਤੀ ਕਿਵੇਂ ਹੋਈ, ਇਹ ਸ਼ਬਦ ਹੋਂਦ ਵਿੱਚ ਕਿਵੇਂ ਆਇਆ। ਸੁਤੰਤਰਤਾ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਿਬਰਟੀ ਦਾ ਅਨੁਵਾਦ ਹੈ ਤੇ ਅੰਗਰੇਜ਼ੀ ਭਾਸ਼ਾ ਦਾ ਲਿਬਰਟੀ ਸ਼ਬਦ ਲੈਟਿਨ ਭਾਸ਼ਾ ਦੇ ਸ਼ਬਦ ਲਿਬਰ ਤੋਂ ਨਿਕਲਿਆ ਹੈ, ਜਿਸ ਦਾ ਅਰਥ ਹੈ ਰੋਕਾਂ ਦੀ ਅਣਹੋਂਦ। ਇਸ ਤੋਂ ਬਾਅਦ ਅਸੀਂ ਕੀਤਾ ਸੀ ਆਸਪੈਕਟਸ ਆਫ ਲਿਬਰਟੀ। ਇਹਦੇ ਅਸੀਂ ਦੋ ਪਹਿਲੂ ਕੀਤੇ ਸੀ, ਨੈਗੇਟਿਵ ਆਸਪੈਕਟ ਆਫ ਲਿਬਰਟੀ ਤੇ ਪੋਜ਼ਿਟਿਵ ਆਸਪੈਕਟ ਆਫ ਲਿਬਰਟੀ, ਜਿਹਦੇ ਵਿੱਚ ਅਸੀਂ ਦੇਖਿਆ ਸੀ ਕਿ ਪੋਜ਼ਿਟਿਵ ਆਸਪੈਕਟ ਆਫ ਲਿਬਰਟੀ ਦੂਸਰੇ ਆਸਪੈਕਟ ਨਾਲੋਂ ਜ਼ਿਆਦਾ ਵਧੀਆ ਹੈ। ਸਾਨੂੰ ਹਮੇਸ਼ਾ ਲਾਈਫ ਦੇ ਵਿੱਚ ਪੋਜ਼ਿਟਿਵ ਆਸਪੈਕਟ ਆਫ ਲਿਬਰਟੀ ਨੂੰ ਹੀ ਅਪਣਾਉਣਾ ਚਾਹੀਦਾ ਹੈ। ਇਹ ਤਾਂ ਸੀ ਜੋ ਅਸੀਂ ਸੁਤੰਤਰਤਾ ਲਿਬਰਟੀ ਪਾਰਟ 1 ਦੇ ਵਿੱਚ ਪੜ੍ਹਿਆ। ਹੁਣ ਅਸੀਂ ਸ਼ੁਰੂ ਕਰਦੇ ਹਾਂ ਪਾਰਟ 2, ਜਿਸ ਵਿੱਚ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਸੁਤੰਤਰਤਾ ਦੀਆਂ ਕਿਸਮਾਂ। ਸੁਤੰਤਰਤਾ ਦੀਆਂ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਹਨ, ਜਿਵੇਂ ਕੁਦਰਤੀ ਸੁਤੰਤਰਤਾ, ਨਾਗਰਿਕ ਸੁਤੰਤਰਤਾ, ਰਾਜਨੀਤਿਕ ਸੁਤੰਤਰਤਾ, ਆਰਥਿਕ ਸੁਤੰਤਰਤਾ, ਰਾਸ਼ਟਰੀ ਸੁਤੰਤਰਤਾ, ਨੈਤਿਕ ਸੁਤੰਤਰਤਾ, ਧਾਰਮਿਕ ਸੁਤੰਤਰਤਾ ਅਤੇ ਵਿਅਕਤੀਗਤ ਸੁਤੰਤਰਤਾ। ਇਹਨਾਂ ਸਾਰੀਆਂ ਸੁਤੰਤਰਤਾਵਾਂ ਬਾਰੇ ਹੁਣ ਅਸੀਂ ਇੱਕ ਇੱਕ ਕਰਕੇ ਵਿਸਥਾਰ ਨਾਲ ਗੱਲ ਕਰਾਂਗੇ। ਸਭ ਤੋਂ ਪਹਿਲਾਂ ਹੈ ਸਾਡੇ ਕੋਲ ਕੁਦਰਤੀ ਸੁਤੰਤਰਤਾ, ਜਿਸ ਨੂੰ ਕਿ ਨੈਚੁਰਲ ਲਿਬਰਟੀ ਕਿਹਾ ਜਾਂਦਾ ਹੈ। ਇਹਦੇ ਨਾਮ ਤੋਂ ਹੀ ਸਪਸ਼ਟ ਹੈ ਕਿ ਕੁਦਰਤੀ ਸੁਤੰਤਰਤਾ ਕੁਦਰਤ ਦੇ ਜਿਹੜੇ ਕੁਦਰਤੀ ਵਾਤਾਵਰਣ 'ਚ ਮਨੁੱਖ ਆਜ਼ਾਦ ਸੀ, ਉਹਦੇ ਉੱਪਰ ਕਿਸੇ ਪ੍ਰਕਾਰ ਦੀ ਕੋਈ ਰੋਕ ਟੋਕ ਨਹੀਂ ਹੁੰਦੀ ਸੀ। ਜਦੋਂ ਰਾਜ ਹੋਂਦ ਵਿੱਚ ਆਇਆ ਤਾਂ ਸਮਾਜ ਦੇ ਵਿੱਚ ਰਹਿਣ ਲੱਗਿਆ ਮਨੁੱਖ, ਤਾਂ ਸਮਾਜ ਦੇ ਨਿਯਮਾਂ ਨੂੰ ਮੰਨਣ ਲੱਗਿਆ। ਰਾਜ ਦੇ ਕਾਨੂੰਨ ਨੇ ਉਸ ਉੱਪਰ ਥੋੜ੍ਹੀਆਂ ਜਿਹੀਆਂ ਰੋਕਾਂ ਲਗਾਈਆਂ ਤਾਂ ਉਸ ਟਾਈਮ ਉਸਦੀ ਕੁਦਰਤੀ ਸੁਤੰਤਰਤਾ ਜਿਹੜੀ ਸੀਮਿਤ ਹੋ ਗਈ। ਜਿਹੜੇ ਕੁਦਰਤੀ ਸੁਤੰਤਰਤਾ ਦੇ ਸਮਰਥਕ ਵਿਦਵਾਨ ਨੇ, ਜਿਵੇਂ ਕਿ ਰੂਸੋ, ਉਹਦੇ ਅਨੁਸਾਰ ਮਨੁੱਖ ਸੁਤੰਤਰ ਪੈਦਾ ਹੋਇਆ ਹੈ, ਪਰੰਤੂ ਹਰ ਥਾਂ ਬੰਧਨਾਂ ਵਿੱਚ ਬੰਨ੍ਹਿਆ ਹੋਇਆ ਹੈ। ਰੂਸੋ ਦੇ ਅਨੁਸਾਰ ਮਨੁੱਖ ਦੇ ਉੱਪਰ ਜਿਹੜੀਆਂ ਇਹ ਰੋਕਾਂ ਦਾ ਕੰਮ ਰਾਜ ਦੇ ਕਾਨੂੰਨ ਕਰਦੇ ਹਨ। ਰੂਸੋ ਦੇ ਅਨੁਸਾਰ ਰਾਜ ਦੇ ਹੋਂਦ ਵਿੱਚ ਆਉਣ ਨਾਲ ਜਿਹੜਾ ਮਨੁੱਖ ਦੀ ਸੁਤੰਤਰਤਾ ਜਿਹੜੀ ਸੀਮਿਤ ਹੋ ਗਈ ਹੈ। ਰੂਸੋ ਦੇ ਅਨੁਸਾਰ ਸਮਾਜਿਕ ਸਮਝੌਤੇ ਕਾਰਨ ਮਨੁੱਖ ਕੁਦਰਤੀ ਸੁਤੰਤਰਤਾ ਖੋ ਬੈਠਾ ਹੈ। ਇੱਥੇ ਸਮਾਜਿਕ ਸਮਝੌਤੇ ਦਾ ਮਤਲਬ ਉਸ ਸਮਝੌਤੇ ਤੋਂ ਹੈ ਜਿਸ ਸਮਝੌਤੇ ਦੇ ਥਰੂ ਮਨੁੱਖ ਨੇ ਜਿਹੜਾ ਵਿਅਕਤੀ ਨੇ ਰਾਜ ਨੂੰ ਹੋਂਦ ਵਿੱਚ ਲੈ ਕੇ ਆਂਦਾ, ਤਾਂ ਕਿ ਕੁਝ ਕਾਨੂੰਨ ਹੋਣ, ਸਮਾਜ ਵਿੱਚ ਕੁਝ ਕਾਨੂੰਨ ਹੋਣ ਜਿਹਦੇ ਨਾਲ ਸਾਰੇ ਵਿਅਕਤੀ ਵਧੀਆ ਤਰੀਕੇ ਨਾਲ ਆਪਣੀ ਸੁਤੰਤਰਤਾ ਅਧਿਕਾਰਾਂ ਨੂੰ ਮਾਣ ਸਕਣ। ਜਿਹੜੀ ਕੁਦਰਤੀ ਸੁਤੰਤਰਤਾ ਦਾ ਇਹ ਰੂਪ ਅੱਜ ਦੇ ਸਾਡੇ ਸੱਭਿਆ ਸਮਾਜ ਵਿੱਚ ਜਿਹੜਾ ਪੋਸੀਬਲ ਨਹੀਂ ਹੈ। ਅਸੀਂ ਬਿਨਾਂ ਰੋਕਾਂ ਤੋਂ ਕੋਈ ਵੀ ਵਿਅਕਤੀ ਵਧੀਆ ਤਰੀਕੇ ਨਾਲ ਸੁਤੰਤਰਤਾ ਨਹੀਂ ਮਾਣ ਸਕਦਾ। ਇਸ ਤੋਂ ਅੱਗੇ ਹੈ ਜੀ ਸੁਤੰਤਰਤਾ ਦੀ ਅਗਲੀ ਕਿਸਮ ਨਾਗਰਿਕ ਸੁਤੰਤਰਤਾ, ਸਿਵਲ ਲਿਬਰਟੀ। ਸਮਾਜ ਦਾ ਮੈਂਬਰ ਹੋਣ ਦੇ ਨਾਤੇ ਵਿਅਕਤੀ ਨੂੰ ਜਿਹੜੀ ਸੁਤੰਤਰਤਾ ਪ੍ਰਾਪਤ ਹੁੰਦੀ ਹੈ ਉਸ ਨੂੰ ਅਸੀਂ ਸਿਵਲ ਲਿਬਰਟੀ ਕਹਿ ਦਿੰਦੇ ਹਾਂ। ਜਿਵੇਂ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਸਾਨੂੰ ਬਹੁਤ ਸਾਰੀਆਂ ਸੁਤੰਤਰਤਾਵਾਂ, ਜਿਵੇਂ ਨਿੱਜੀ ਸੁਤੰਤਰਤਾ, ਧਾਰਮਿਕ ਸੁਤੰਤਰਤਾ ਤੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਮਿਲੀ ਹੋਈ ਹੈ। ਲੋਕਤੰਤਰੀ ਰਾਜਾਂ ਵਿੱਚ, ਜਿਵੇਂ ਭਾਰਤ ਸਾਡਾ ਲੋਕਤੰਤਰੀ ਦੇਸ਼ ਹੈ, ਇੱਥੇ ਜਿਹੜੀ ਆ ਨਾਗਰਿਕ ਸੁਤੰਤਰਤਾ ਜ਼ਿਆਦਾ ਮਿਲਦੀ ਹੈ ਤੇ ਤਾਨਾਸ਼ਾਹੀ ਰਾਜਾਂ ਦੇ ਵਿੱਚ ਜਿਹੜੀ ਨਾਗਰਿਕਾਂ ਦੀ ਸੁਤੰਤਰਤਾ ਉੱਪਰ ਥੋੜ੍ਹੀਆਂ ਜਿਹੀਆਂ ਬੇਲੋੜੀਆਂ ਰੋਕਾਂ ਜ਼ਿਆਦਾ ਹੁੰਦੀਆਂ ਹਨ। ਇਸ ਤੋਂ ਇਲਾਵਾ ਜਿਹੜੇ ਰਾਜ ਦੇ ਕਾਨੂੰਨ ਹੁੰਦੇ ਨੇ ਉਹ ਸਾਡੇ ਨਾਗਰਿਕਾਂ ਦੀ ਜਿਹੜੀ ਸੁਤੰਤਰਤਾ ਉਸ ਦੀ ਰਾਖੀ ਕਰਦੇ ਹਨ। ਅਦਾਲਤਾਂ ਵਿੱਚ ਅਸੀਂ ਸ਼ਰਨ ਲੈ ਸਕਦੇ ਹਾਂ ਜੇ ਕੋਈ ਵੀ ਸਾਡੀ ਜਿਹੜੀ ਸੁਤੰਤਰਤਾ ਨੂੰ ਖੋਹਣ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਅਗਲੀ ਕਿਸਮ ਹੈ ਜੀ ਰਾਜਨੀਤਿਕ ਸੁਤੰਤਰਤਾ।
ਰਾਜਨੀਤਿਕ ਸੁਤੰਤਰਤਾ ਇਹਦੇ ਨਾਮ ਤੋਂ ਹੀ ਸਪਸ਼ਟ ਹੈ, ਜਿਹੜੀ ਸਾਨੂੰ ਰਾਜਨੀਤੀ ਵਿੱਚ ਹਿੱਸਾ ਲੈਣ ਦੇ ਯੋਗ ਬਣਾਉਂਦੀ ਹੈ। ਜਿਵੇਂ ਲੋਕਤੰਤਰੀ ਰਾਜਾਂ ਦੇ ਵਿੱਚ ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ, ਲੋਕ ਸਰਕਾਰ ਆਪ ਚੁਣਦੇ ਹਨ। ਲੋਕ ਸਰਕਾਰ ਆਪਣੇ ਆਪ ਤਾਂ ਹੀ ਚੁਣ ਸਕਣਗੇ ਜੇ ਉਹਨਾਂ ਕੋਲ ਸਰਕਾਰ ਨੂੰ ਚੁਣਨ ਦੇ ਲਈ ਥੋੜ੍ਹੇ ਅਧਿਕਾਰ ਮਿਲੇ ਹੋਣਗੇ। ਗਿਲਕ੍ਰਾਈਸਟ ਦੇ ਅਨੁਸਾਰ ਰਾਜਨੀਤਿਕ ਸੁਤੰਤਰਤਾ ਵਾਸਤਵਿਕ ਤੌਰ 'ਤੇ ਲੋਕਤੰਤਰ ਦਾ ਹੀ ਦੂਜਾ ਨਾਂ ਹੈ। ਇਸ ਨਾਲ ਲੋਕਾਂ ਨੂੰ ਸਰਕਾਰ ਵਿੱਚ ਹਿੱਸਾ ਪ੍ਰਾਪਤ ਹੁੰਦਾ ਹੈ। ਭਾਵ ਜਿਹੜੇ ਰਾਜਨੀਤਿਕ ਸੁਤੰਤਰਤਾ ਦੇ ਨਾਲ ਹੀ ਲੋਕ ਜਿਹੜੀ ਆਪਣੀ ਸਰਕਾਰ ਨੂੰ ਆਪ ਚੁਣ ਸਕਣਗੇ। ਜਿਹੜੇ ਪ੍ਰੋਫੈਸਰ ਲਾਸਕੀ ਨੇ ਜਿਹੜੀਆਂ ਨੇ ਰਾਜਨੀਤਿਕ ਸੁਤੰਤਰਤਾ ਦੀ ਰਾਖੀ ਲਈ ਜ਼ਰੂਰੀ ਵਿਵਸਥਾਵਾਂ ਦੱਸੀਆਂ ਨੇ ਵੀ ਲੋਕ ਆਪਣੀ ਰਾਜਨੀਤਿਕ ਸੁਤੰਤਰਤਾ ਨੂੰ ਕਿਵੇਂ ਬਚਾ ਕੇ ਰੱਖ ਸਕਦੇ ਹਨ, ਸੁਰੱਖਿਅਤ ਰੱਖ ਸਕਦੇ ਹਨ। ਇਸ ਦੇ ਲਈ ਪਹਿਲੀ ਸ਼ਰਤ ਦੱਸੀ ਹੈ ਵਿੱਦਿਆ ਪ੍ਰਾਪਤੀ ਦੀਆਂ ਬਰਾਬਰ ਸਹੂਲਤਾਂ। ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਵਿੱਦਿਆ ਪ੍ਰਾਪਤ ਕਰਨ ਦੀਆਂ ਇੱਕ ਬਰਾਬਰ ਸਮਾਨ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਜਾਗਰੂਕ ਪੜ੍ਹੇ ਲਿਖੇ ਜਾਗਰੂਕ ਨਾਗਰਿਕ ਹੀ ਆਪਣੀ ਸੁਤੰਤਰਤਾ ਦੀ ਰਾਖੀ ਕਰ ਸਕਦੇ ਹਨ। ਦੂਸਰੀ ਸ਼ਰਤ ਹੈ ਜੀ ਸੁਤੰਤਰ ਅਤੇ ਨਿਰਪੱਖ ਛਾਪਾਖਾਨਾ, ਮੀਡੀਆ, ਪ੍ਰੈਸ। ਇਹ ਜਿਹੜੇ ਆ ਬਿਲਕੁਲ ਆਜ਼ਾਦ ਹੋਣੇ ਚਾਹੀਦੇ ਹਨ। ਆਜ਼ਾਦ ਬੇਡਰ ਜਿਹੜੇ ਨਿਡਰ ਹੋ ਕੇ ਇਹ ਸਰਕਾਰ ਦੀਆਂ ਜਿਹੜੀਆਂ ਨੇ ਲੋਕਾਂ ਦੇ ਹਿੱਤ ਤੇ ਲੋਕ ਦੇ ਵਿਰੋਧੀ ਜਿਹੜੀਆਂ ਨੀਤੀਆਂ ਬਣਾ ਰਹੀ ਹੈ ਸਰਕਾਰ, ਉਹਨੂੰ ਲੋਕਾਂ ਸਾਹਮਣੇ ਲੈ ਕੇ ਆਉਣ, ਤਾਂ ਹੀ ਜਿਹੜੇ ਲੋਕ ਆਪਣੀ ਰਾਜਨੀਤਿਕ ਸੁਤੰਤਰਤਾ ਕਾਇਮ ਰੱਖ ਸਕਦੇ ਹਨ। ਅੱਗੇ ਹੈ ਜੀ ਰਾਜਨੀਤਿਕ ਸੁਤੰਤਰਤਾ ਦੇ ਵਿੱਚ ਸਾਨੂੰ ਕਿਹੜੇ ਅਧਿਕਾਰ ਪ੍ਰਾਪਤ ਹੁੰਦੇ ਹਨ, ਜਿਵੇਂ ਵੋਟ ਪਾਉਣ ਦਾ ਅਧਿਕਾਰ, ਚੋਣ ਲੜਨ ਦਾ ਅਧਿਕਾਰ, ਜਨਤਕ ਅਹੁਦੇ ਪ੍ਰਾਪਤ ਕਰਨ ਦਾ ਅਧਿਕਾਰ, ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ, ਪ੍ਰਾਰਥਨਾ ਪੱਤਰ ਦੇਣ ਦਾ ਅਧਿਕਾਰ, ਰਾਜਨੀਤਿਕ ਦਲ ਅਤੇ ਸੰਘ ਬਣਾਉਣ ਦਾ ਅਧਿਕਾਰ, ਜਾਣਕਾਰੀ ਪ੍ਰਾਪਤ ਕਰਨ ਦਾ ਅਧਿਕਾਰ। ਇਹ ਸੀ ਜੀ ਸਾਡੀ ਰਾਜਨੀਤਿਕ ਸੁਤੰਤਰਤਾ। ਇਸ ਤੋਂ ਅੱਗੇ ਅਸੀਂ ਗੱਲ ਕਰਾਂਗੇ ਆਰਥਿਕ ਸੁਤੰਤਰਤਾ, ਇਕਨੋਮਿਕ ਲਿਬਰਟੀ। ਆਰਥਿਕ ਸੁਤੰਤਰਤਾ ਦਾ ਮਤਲਬ ਹੁੰਦਾ ਕਿ ਹਰ ਵਿਅਕਤੀ ਨੂੰ ਉਪਜੀਵਿਕਾ ਕਮਾਉਣ ਲਈ ਸਹੀ ਜਿਹੜੇ ਮੌਕੇ ਪ੍ਰਦਾਨ ਕੀਤੇ ਜਾਣ। ਇਹਦੇ ਵਿੱਚ ਹੈ ਕਿ ਸਾਰੇ ਵਿਅਕਤੀਆਂ ਨੂੰ ਜਿਹੜਾ ਕੰਮ ਦਾ ਅਧਿਕਾਰ ਮਿਲੇ ਤਾਂ ਕਿ ਉਹ ਆਪਣਾ ਪਾਲਣ ਪੋਸ਼ਣ ਕਰਨ ਲਈ ਜਿਹੜੀ ਰੋਜ਼ੀ ਰੋਟੀ ਕਮਾ ਸਕਣ। ਤੇ ਕੰਮ ਦੇ ਅਧਿਕਾਰ ਨਾਲ ਜ਼ਰੂਰੀ ਹੈ ਕਿ ਸਾਰਿਆਂ ਨੂੰ ਸਮਾਨ ਕੰਮ ਲਈ ਸਮਾਨ ਜਿਹੜੀ ਮਜ਼ਦੂਰੀ ਮਿਲੇ। ਭਾਵ ਕਿਸੇ ਨਾਲ ਵੀ ਜਿਵੇਂ ਔਰਤ ਮਰਦ ਦਾ ਕੋਈ ਫਰਕ ਨਾ ਰੱਖਿਆ ਜਾਵੇ। ਜਦੋਂ ਸਾਰੇ ਵਿਅਕਤੀ ਇੱਕ ਸਮਾਨ ਕੰਮ ਕਰਦੇ ਹਨ ਤਾਂ ਉਹਨਾਂ ਨੂੰ ਤਨਖਾਹ ਵੀ ਜਿਹੜੀ ਇੱਕ ਸਮਾਨ ਦਿੱਤੀ ਜਾਵੇ। ਆਰਥਿਕ ਸੁਤੰਤਰਤਾ ਦੇ ਵਿੱਚ ਇੱਕ ਬਹੁਤ ਹੀ ਜ਼ਰੂਰੀ ਚੀਜ਼ ਹੈ ਕਿ ਸਾਰੇ ਸਮਾਜ ਦੇ ਦੇਸ਼ ਦੇ ਸਾਰੇ ਨਾਗਰਿਕ ਜਿਹੜੇ ਆਪਣੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰ ਸਕਦੇ ਹੋਣ। ਅਮੀਰ ਤੇ ਗਰੀਬ ਦਾ ਬਹੁਤ ਜ਼ਿਆਦਾ ਅੰਤਰ ਨਾ ਹੋਵੇ। ਇਹ ਨਾ ਹੋਵੇ ਕਿ ਦੇਸ਼ ਦਾ ਧਨ ਥੋੜ੍ਹੇ ਜਿਹੇ ਲੋਕਾਂ ਦੇ ਹੱਥਾਂ ਵਿੱਚ ਹੋਵੇ ਤੇ ਬਾਕੀ ਲੋਕ ਆਪਣੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਨਾ ਕਰ ਸਕਦੇ ਹੋਣ। ਕਿਉਂਕਿ ਜੇ ਸਭ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਹੁੰਦੀਆਂ ਹਨ ਤਾਂ ਹੀ ਉਹ ਬਾਕੀ ਦੇ ਅਧਿਕਾਰਾਂ ਤੇ ਸੁਤੰਤਰਤਾਵਾਂ ਨੂੰ ਠੀਕ ਢੰਗ ਨਾਲ ਮਾਣ ਸਕਦੇ ਹਨ। ਇਸ ਤੋਂ ਅਗਲੀ ਕਿਸਮ ਹੈ ਜੀ ਸਾਡੇ ਕੋਲ ਰਾਸ਼ਟਰੀ ਸੁਤੰਤਰਤਾ, ਨੈਸ਼ਨਲ ਲਿਬਰਟੀ। ਰਾਸ਼ਟਰੀ ਸੁਤੰਤਰਤਾ ਦਾ ਮਤਲਬ ਹੁੰਦਾ ਹੈ ਕਿ ਇੱਕ ਰਾਸ਼ਟਰ ਹਰ ਪ੍ਰਕਾਰ ਦੇ ਅੰਦਰੂਨੀ ਅਤੇ ਬਾਹਰੀ ਕੰਟਰੋਲ ਤੋਂ ਮੁਕਤ ਹੋਵੇ। ਜਿਵੇਂ 15 ਅਗਸਤ 1947 ਤੋਂ ਪਹਿਲਾਂ ਸਾਡਾ ਦੇਸ਼ ਅੰਗਰੇਜ਼ਾਂ ਦਾ ਗੁਲਾਮ ਸੀ। 15 ਅਗਸਤ 1947 ਨੂੰ ਸਾਨੂੰ ਰਾਸ਼ਟਰੀ ਸੁਤੰਤਰਤਾ ਪ੍ਰਾਪਤ ਹੋਈ, ਜਿਸ ਲਈ ਸਾਡੇ ਦੇਸ਼ ਦੇ ਬਹੁਤ ਸਾਰੇ ਨਾਗਰਿਕਾਂ ਨੇ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ। ਰਾਸ਼ਟਰੀ ਸੁਤੰਤਰਤਾ ਦੇ ਨਾਲ ਹੀ ਦੇਸ਼ ਦੇ ਨਾਗਰਿਕਾਂ ਨੂੰ ਆਪਣੀ ਸ਼ਾਸਨ ਪ੍ਰਣਾਲੀ, ਵਿਦੇਸ਼ ਨੀਤੀ, ਆਰਥਿਕ ਅਤੇ ਸਮਾਜਿਕ ਵਿਵਸਥਾ ਨੂੰ ਨਿਰਧਾਰਿਤ ਕਰਨ ਦੀ ਪੂਰੀ ਸੁਤੰਤਰਤਾ ਹੁੰਦੀ ਹੈ। ਰਾਸ਼ਟਰੀ ਸੁਤੰਤਰਤਾ ਮਾਨਣ ਸਮੇਂ ਵੀ ਦੇਸ਼ਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਅੱਜ ਵਿਸ਼ਵੀਕਰਨ ਦਾ ਯੁੱਗ ਹੈ। ਸਾਰੇ ਦੇਸ਼ ਇੱਕ ਦੂਜੇ 'ਤੇ ਨਿਰਭਰ ਕਰਦੇ ਹਨ। ਕਿਸੇ ਵੀ ਦੇਸ਼ ਨੂੰ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਦੂਜੇ ਦੇਸ਼ਾਂ ਦੀ ਸੁਤੰਤਰਤਾ ਨੂੰ ਕੋਈ ਹਾਨੀ ਪਹੁੰਚਦੀ ਹੋਵੇ। ਜਿਵੇਂ ਕਈ ਜਿਹੜੇ ਤਕੜੇ ਦੇਸ਼ ਨੇ ਕਮਜ਼ੋਰ ਦੇਸ਼ਾਂ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਜੋ ਕਿ ਸਹੀ ਨਹੀਂ ਹੈ। ਅੰਤਰਰਾਸ਼ਟਰੀ ਭਾਈਚਾਰੇ ਦੇ ਵਿੱਚ ਫਿਰ ਉਸ ਦੇਸ਼ ਦੀ ਜਿਹੜੀ ਕਰੜੀ ਨਿੰਦਾ ਹੁੰਦੀ ਹੈ। ਹਰ ਰਾਸ਼ਟਰ ਨੂੰ ਆਪਣੀ ਰਾਸ਼ਟਰੀ ਸੁਤੰਤਰਤਾ ਦਾ ਪ੍ਰਯੋਗ ਕਰਦੇ ਸਮੇਂ ਵਿਸ਼ਵ ਦੇ ਦੂਜੇ ਦੇਸ਼ਾਂ ਦੇ ਹਿੱਤਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਸ ਤੋਂ ਅਗਲੀ ਕਿਸਮ ਹੈ ਜੀ ਸਾਡੇ ਕੋਲ ਨੈਤਿਕ ਸੁਤੰਤਰਤਾ, ਮੋਰਲ ਲਿਬਰਟੀ। ਜਿਵੇਂ ਕਿ ਸਾਡੀਆਂ ਮੋਰਲ ਵੈਲਿਊਜ਼ ਹੁੰਦੀਆਂ ਹਨ, ਸੱਚ ਦੇ ਰਸਤੇ 'ਤੇ ਚੱਲੋ, ਇਮਾਨਦਾਰੀ ਨਾਲ ਕੰਮ ਕਰੋ, ਇਹ ਸਾਡੀਆਂ ਮੋਰਲ ਵੈਲਿਊਜ਼ ਹਨ।
ਤੇ ਨੈਤਿਕ ਸੁਤੰਤਰਤਾ ਉਹ ਅਵਸਥਾਵਾਂ ਹਨ ਜਿਹੜੀਆਂ ਵਿਅਕਤੀ ਨੂੰ ਵਿਵੇਕਸ਼ੀਲ ਪ੍ਰਾਣੀ ਬਣਾਉਂਦੀਆਂ ਹਨ। ਵਿਵੇਕਸ਼ੀਲ ਦਾ ਮਤਲਬ ਸਮਝਦਾਰ ਪ੍ਰਾਣੀ ਬਣਾਉਂਦੀਆਂ ਹਨ, ਤਾਂ ਕਿ ਉਹ ਆਪਣੇ ਭਲੇ ਲਈ ਸਹੀ ਗਲਤ, ਠੀਕ ਗਲਤ, ਚੰਗੇ ਮਾੜੇ ਦਾ ਜਿਹੜਾ ਫਰਕ ਕਰਨ ਦੇ ਯੋਗ ਹੋਵੇ। ਇਸ ਵਿੱਚ ਵਿਅਕਤੀ ਨੂੰ ਸੱਚ ਝੂਠ, ਠੀਕ ਗਲਤ, ਧਰਮ ਅਧਰਮ, ਨੈਤਿਕ ਅਨੈਤਿਕ ਵਿੱਚ ਜਿਹੜਾ ਫਰਕ ਪਤਾ ਲੱਗਦਾ ਹੈ। ਤੇ ਇਸ ਸੁਤੰਤਰਤਾ ਦੇ ਸਮਰਥਕ ਵਿਦਵਾਨ ਹਨ T.H. ਗ੍ਰੀਨ, ਰੂਸੋ, ਕਾਂਟ, ਹੀਗਲ ਤੇ ਬਸਾਂਕੋ। ਇਸ ਤੋਂ ਅਗਲੀ ਸੁਤੰਤਰਤਾ ਹੈ ਜੀ ਧਾਰਮਿਕ ਸੁਤੰਤਰਤਾ, ਰਿਲੀਜੀਅਸ ਲਿਬਰਟੀ। ਇਹ ਇੱਕ ਬਹੁਤ ਹੀ ਮੈਨੂੰ ਤੁਸੀਂ ਜਾਣਿਆ ਪਛਾਣਿਆ ਨਾਮ ਹੈ, ਧਾਰਮਿਕ ਸੁਤੰਤਰਤਾ। ਤੁਸੀਂ ਛੋਟੀਆਂ ਕਲਾਸਿਸ ਤੋਂ ਜਿਹੜੇ ਬਾਰ-ਬਾਰ ਇਹਨੂੰ ਪੜ੍ਹਦੇ ਆ ਰਹੇ ਹੋ। ਧਾਰਮਿਕ ਸੁਤੰਤਰਤਾ ਵਿੱਚ ਹੁੰਦਾ ਹੈ ਕਿ ਕਿਸੇ ਵੀ ਧਰਮ ਨੂੰ ਮੰਨਣ, ਉਸ ਦਾ ਪ੍ਰਚਾਰ ਕਰਨ ਤੇ ਧਾਰਨ ਕਰਨ ਦੀ ਸੁਤੰਤਰਤਾ। ਜਿਵੇਂ ਸਾਡਾ ਦੇਸ਼ ਧਰਮ ਨਿਰਪੱਖ ਦੇਸ਼ ਹੈ, ਇਸ ਦੇ ਵਿੱਚ ਸਾਰੇ ਨਾਗਰਿਕਾਂ ਨੂੰ ਕਿਸੇ ਵੀ ਧਰਮ ਨੂੰ ਮੰਨਣ, ਉਹਦਾ ਪ੍ਰਚਾਰ ਕਰਨ ਦੀ ਜਿਹੜੀ ਸੁਤੰਤਰਤਾ ਦਿੱਤੀ ਗਈ ਹੈ। ਜਿਹੜੇ ਧਰਮਤੰਤਰ ਰਾਜ ਹੁੰਦੇ ਹਨ, ਦੇਸ਼ ਹੁੰਦੇ ਹਨ, ਜਿੱਥੇ ਰਾਜ ਦਾ ਆਪਣਾ ਇੱਕ ਸਪੈਸੀਫਿਕ ਕੋਈ ਵੀ ਰਿਲੀਜਨ ਹੁੰਦਾ ਹੈ, ਉੱਥੇ ਸਾਰੇ ਧਰਮ ਦੇ ਲੋਕਾਂ ਨਾਲ ਜਿਹੜੇ ਉਹਨਾਂ ਨੂੰ ਬਰਾਬਰ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ, ਜਦੋਂ ਕਿ ਧਰਮ ਨਿਰਪੱਖ ਦੇਸ਼ਾਂ ਵਿੱਚ ਸਭ ਨੂੰ ਬਰਾਬਰ ਸਹੂਲਤਾਂ ਮਿਲਦੀਆਂ ਹਨ। ਬਾਕੀ ਸੁਤੰਤਰਤਾ ਦੀ ਤਰ੍ਹਾਂ ਇਹ ਸੁਤੰਤਰਤਾ ਵੀ ਥੋੜ੍ਹੀਆਂ ਜਿਹੀਆਂ ਸੀਮਾਵਾਂ ਵਿੱਚ ਰਹਿ ਕੇ ਹੀ ਮਾਣੀ ਜਾ ਸਕਦੀ ਹੈ। ਮਤਲਬ ਅਸੀਂ ਆਪਣੇ ਧਰਮ ਨੂੰ ਮੰਨਦੇ ਹੋਏ ਸਾਨੂੰ ਕੋਈ ਵੀ ਐਵੇਂ ਦਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਦੂਜੇ ਧਰਮ ਦਾ ਨਿਰਾਦਰ ਹੁੰਦਾ ਹੋਵੇ। ਇਹ ਸੀ ਜੀ ਧਾਰਮਿਕ ਸੁਤੰਤਰਤਾ। ਸੁਤੰਤਰਤਾ ਦੀ ਅਗਲੀ ਕਿਸਮ ਹੈ ਵਿਅਕਤੀਗਤ ਸੁਤੰਤਰਤਾ, ਇੰਡੀਵਿਜੂਅਲ ਲਿਬਰਟੀ। ਵਿਅਕਤੀਗਤ ਸੁਤੰਤਰਤਾ ਵਿੱਚ ਵਿਅਕਤੀ ਨੂੰ ਅਜਿਹੇ ਕੰਮ ਕਰਨ ਦੀ ਸੁਤੰਤਰਤਾ ਹੁੰਦੀ ਹੈ ਜਿਹੜੇ ਕਿ ਸਿਰਫ ਉਹਦੇ ਤੱਕ ਲਿਮਿਟਿਡ ਹਨ। ਉਹਦੇ ਉਹਨਾਂ ਕੰਮਾਂ ਦਾ ਦੂਜਿਆਂ ਉੱਪਰ ਕੋਈ ਪ੍ਰਭਾਵ ਨਹੀਂ ਪੈਂਦਾ। ਅਸੀਂ ਆਪਣੇ ਘਰ ਵਿੱਚ ਕੀ ਖਾ ਰਹੇ ਹਾਂ, ਕੀ ਪਹਿਨ ਰਹੇ ਹਾਂ, TV ਉੱਪਰ ਕੀ ਦੇਖ ਰਹੇ ਹਾਂ, ਇਹ ਸਾਡੀ ਜਿਹੜੀ ਆ ਇੰਡੀਵਿਜੂਅਲ ਲਿਬਰਟੀ ਦਾ ਹਿੱਸਾ ਹਨ। J.S. ਮਿਲ ਅਨੁਸਾਰ ਵਿਅਕਤੀ ਨੂੰ ਆਪਣੇ ਆਪ ਨਾਲ ਸੰਬੰਧਿਤ ਕਾਰਜਾਂ ਵਿੱਚ ਪੂਰੀ ਸੁਤੰਤਰਤਾ ਪ੍ਰਾਪਤ ਹੋਣੀ ਚਾਹੀਦੀ ਹੈ, ਕਿਉਂਕਿ ਉਹ ਆਪਣੇ ਆਪ ਦਾ, ਆਪਣੇ ਸਰੀਰ ਅਤੇ ਮਨ ਦਾ ਮਾਲਕ ਹੁੰਦਾ ਹੈ। ਉਹ ਕੀ ਖਾਂਦਾ ਹੈ, ਕੀ ਪਹਿਨਦਾ ਹੈ ਅਤੇ ਕੀ ਕਰਦਾ ਹੈ, ਉਸ ਦੀ ਜਿਹੜੀ ਆ ਇੰਡੀਵਿਜੂਅਲ ਲਿਬਰਟੀ ਦਾ ਹਿੱਸਾ ਹਨ। ਪਰ ਇੱਥੇ ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਜਿਹੜੀ ਵਿਅਕਤੀਗਤ ਸੁਤੰਤਰਤਾ ਵੀ ਜਿਹੜੀਆਂ ਰੋਕਾਂ ਵਿੱਚ ਰਹਿ ਕੇ ਹੀ ਮਾਣੀ ਜਾ ਸਕਦੀ ਹੈ, ਕਿਉਂਕਿ ਕੋਈ ਵੀ ਵਿਅਕਤੀ ਦਾ ਅਜਿਹਾ ਕੰਮ ਨਹੀਂ ਹੁੰਦਾ ਜਿਹਦਾ ਦੂਸਰਿਆਂ ਉੱਪਰ ਕੋਈ ਪ੍ਰਭਾਵ ਨਾ ਪੈਂਦਾ ਹੋਵੇ। ਵਿਅਕਤੀ ਦੇ ਹਰ ਕੰਮ ਦਾ ਸਮਾਜ ਦੇ ਦੂਸਰੇ ਲੋਕਾਂ ਉੱਪਰ ਵੀ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਪ੍ਰਭਾਵ ਜ਼ਰੂਰ ਪੈਂਦਾ ਹੈ। ਇਸ ਕਰਕੇ ਇਹ ਵੀ ਕੁਝ ਰੋਕਾਂ ਵਿੱਚ ਰਹਿ ਕੇ ਹੀ ਮੰਨਣੀ ਚਾਹੀਦੀ ਹੈ। ਇਹ ਤਾਂ ਸੀ ਜੀ ਸਾਡੇ ਕੋਲ ਸੁਤੰਤਰਤਾ ਦੀਆਂ ਕਿਸਮਾਂ। ਸੁਤੰਤਰਤਾ ਇੱਕ ਮਨੁੱਖ ਲਈ ਇੱਕ ਅਨਮੋਲ ਤੋਹਫਾ ਹੈ, ਕਿਉਂਕਿ ਸੁਤੰਤਰਤਾ ਨੂੰ ਪ੍ਰਾਪਤ ਕਰਨ ਲਈ ਮਨੁੱਖ ਸਦੀਆਂ ਤੋਂ ਬਹੁਤ ਸੰਘਰਸ਼ ਕਰਦਾ ਆ ਰਿਹਾ ਹੈ ਤੇ ਹਮੇਸ਼ਾ ਹੀ ਇਹਨੂੰ ਪ੍ਰਾਪਤ ਕਰਨ ਲਈ ਮਨੁੱਖ ਨੂੰ ਬਹੁਤ ਸਾਰੀਆਂ ਜਿਹੜੀਆਂ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਹਨ। ਇਸ ਅਨਮੋਲ ਖਜ਼ਾਨੇ ਨੂੰ ਸਾਂਭ ਕੇ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਹੁਣ ਅਸੀਂ ਦੇਖਾਂਗੇ ਕਿ ਇਸ ਦੀ ਰਾਖੀ ਕਿਵੇਂ ਕੀਤੀ ਜਾ ਸਕਦੀ ਹੈ। ਸੁਤੰਤਰਤਾ ਦੀ ਰਾਖੀ ਲਈ ਸਭ ਤੋਂ ਜ਼ਰੂਰੀ ਹੈ ਕਿ ਲੋਕ ਜਾਗਰੂਕ ਹੋਣ। ਜੇ ਅਸੀਂ ਇਹ ਕਹਿ ਲਈਏ ਕਿ ਜਾਗਰੂਕਤਾ ਹੀ ਸੁਤੰਤਰਤਾ ਹੈ ਤਾਂ ਇਹ ਵੀ ਗਲਤ ਨਹੀਂ ਹੋਵੇਗਾ, ਕਿਉਂਕਿ ਜਾਗਰੂਕ ਲੋਕਾਂ ਨੂੰ ਪਤਾ ਹੈ ਕਿ ਸਾਡੇ ਅਧਿਕਾਰ ਕੀ ਹਨ, ਸਾਡੀਆਂ ਸੁਤੰਤਰਤਾਵਾਂ ਕੀ ਹਨ। ਜੇ ਉਹਨਾਂ ਨੂੰ ਆਪਣੇ ਅਧਿਕਾਰਾਂ ਤੇ ਸੁਤੰਤਰਤਾਵਾਂ ਬਾਰੇ ਪਤਾ ਹੋਏਗਾ ਤਾਂ ਹੀ ਉਹ ਇਸ ਦੀ ਰਾਖੀ ਕਰ ਸਕਦੇ ਹਨ। ਸੁਤੰਤਰਤਾ ਦੀ ਰਾਖੀ ਲਈ ਅਗਲੀ ਸ਼ਰਤ ਹੈ ਲੋਕਤੰਤਰੀ ਸਰਕਾਰ। ਇੱਕ ਲੋਕਤੰਤਰੀ ਸਰਕਾਰ ਲੋਕਾਂ ਦੇ ਅਧਿਕਾਰਾਂ ਅਤੇ ਉਹਨਾਂ ਦੀਆਂ ਸੁਤੰਤਰਤਾਵਾਂ ਦੀ ਰਾਖੀ ਬਹੁਤ ਵਧੀਆ ਤਰੀਕੇ ਨਾਲ ਕਰਦੀ ਹੈ, ਕਿਉਂਕਿ ਲੋਕਤੰਤਰੀ ਸਰਕਾਰ ਵਿੱਚ ਜਿਹੜੀ ਸ਼ਕਤੀ ਹੁੰਦੀ ਹੈ ਉਹ ਲੋਕਾਂ ਦੇ ਹੱਥ ਵਿੱਚ ਹੁੰਦੀ ਹੈ। ਜੇਕਰ ਸਰਕਾਰ ਲੋਕਾਂ ਦੇ ਹਿੱਤਾਂ ਦੇ ਵਿਰੋਧ ਵਿੱਚ ਕੋਈ ਕੰਮ ਕਰਦੀ ਹੈ, ਕੋਈ ਕਾਨੂੰਨ ਬਣਾਉਂਦੀ ਹੈ, ਤਾਂ ਲੋਕਾਂ ਦੇ ਕੋਲ ਸ਼ਕਤੀ ਹੁੰਦੀ ਹੈ ਕਿ ਉਸ ਸਰਕਾਰ ਨੂੰ ਬਦਲ ਸਕਦੇ ਹਨ। ਇਸ ਕਰਕੇ ਲੋਕਤੰਤਰੀ ਸਰਕਾਰ ਕੋਈ ਵੀ ਅਜਿਹਾ ਕੰਮ ਨਹੀਂ ਕਰਦੀ ਜਿਸ ਨਾਲ ਲੋਕਾਂ ਦੀ ਸੁਤੰਤਰਤਾ ਦੇ ਉੱਪਰ ਕੋਈ ਰੋਕ ਲੱਗੇ। ਇਸ ਤੋਂ ਅੱਗੇ ਹੈ ਜੀ ਕਿ ਸੁਤੰਤਰਤਾ ਦੀ ਰਾਖੀ ਲਈ ਜ਼ਰੂਰੀ ਹੈ ਕਿ ਸਰਕਾਰ ਅਤੇ ਲੋਕਾਂ ਦੇ ਵਿਚਕਾਰ ਸਹਿਯੋਗ ਹੋਵੇ, ਕਿਉਂਕਿ ਜਿਹੜੀ ਸਰਕਾਰ ਹੈ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਵਧੀਆ ਤਰੀਕੇ ਨਾਲ ਕੰਮ ਨਹੀਂ ਕਰ ਸਕਦੀ। ਜੇਕਰ ਲੋਕ ਸਰਕਾਰ ਦੇ ਬਣਾਏ ਕਾਨੂੰਨਾਂ ਦਾ ਵਧੀਆ ਢੰਗ ਨਾਲ ਪਾਲਣ ਕਰਦੇ ਹਨ, ਉਸ ਦੇ ਨਿਰਦੇਸ਼ਾਂ ਨੂੰ ਮੰਨਦੇ ਹਨ, ਤਾਂ ਹੀ ਸਰਕਾਰ ਵਧੀਆ ਤਰੀਕੇ ਨਾਲ ਕੰਮ ਕਰ ਸਕਦੀ ਹੈ।
ਅਤੇ ਇੱਕ ਵਧੀਆ ਤਰੀਕੇ ਨਾਲ ਕੰਮ ਕਰਨ ਵਾਲੀ ਸਰਕਾਰ ਲੋਕਾਂ ਦੇ ਅਧਿਕਾਰਾਂ ਤੇ ਸੁਤੰਤਰਤਾ ਦੀ ਰਾਖੀ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ। ਇਸ ਤੋਂ ਅੱਗੇ ਹੈ ਜੀ ਮੌਲਿਕ ਅਧਿਕਾਰ। ਸੁਤੰਤਰਤਾ ਦੀ ਰਾਖੀ ਲਈ ਜ਼ਰੂਰੀ ਹੈ ਕਿ ਜਿਹੜੇ ਨਾਗਰਿਕਾਂ ਦੇ ਮੌਲਿਕ ਅਧਿਕਾਰ ਹਨ ਉਹਨਾਂ ਦਾ ਵਰਣਨ ਦੇਸ਼ ਦੇ ਸੰਵਿਧਾਨ ਵਿੱਚ ਜ਼ਰੂਰ ਕੀਤਾ ਜਾਵੇ ਤੇ ਉਸ ਵਿੱਚ ਇਹ ਵੀ ਦੱਸਿਆ ਜਾਵੇ ਕਿ ਮੌਲਿਕ ਅਧਿਕਾਰਾਂ ਉੱਪਰ ਸਰਕਾਰ ਨੂੰ ਕੋਈ ਵੀ ਬੰਧਨ ਲਾਉਣ ਦਾ ਅਧਿਕਾਰ ਨਾ ਦਿੱਤਾ ਜਾਵੇ ਤਾਂ ਕਿ ਨਾਗਰਿਕਾਂ ਦੇ ਜਿਹੜੇ ਅਧਿਕਾਰ ਆ ਪੂਰੀ ਤਰ੍ਹਾਂ ਸੁਰੱਖਿਅਤ ਰਹਿ ਸਕਣ। ਇਸ ਤੋਂ ਅੱਗੇ ਹੈ ਜੀ ਸ਼ਕਤੀਆਂ ਦੀ ਵੰਡ। ਸ਼ਕਤੀਆਂ ਦੀ ਵੰਡ ਹੋਣੀ ਬਹੁਤ ਜ਼ਰੂਰੀ ਹੈ। ਜਦੋਂ ਸ਼ਕਤੀ ਥੋੜੇ ਜਿਹੇ ਹੱਥਾਂ ਦੇ ਵਿੱਚ ਕੇਂਦਰਿਤ ਹੋ ਜਾਂਦੀ ਹੈ ਤਾਂ ਉਹ ਖਤਰਨਾਕ ਬਣ ਜਾਂਦੀ ਹੈ। ਇਸੇ ਲਈ ਸਾਡੇ ਦੇਸ਼ ਵਿੱਚ ਵੀ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਜਿਵੇਂ ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਨੂੰ ਅਲੱਗ-ਅਲੱਗ ਸ਼ਕਤੀਆਂ ਦਿੱਤੀਆਂ ਗਈਆਂ ਹਨ। ਸ਼ਕਤੀਆਂ ਨੂੰ ਇੱਕ ਜਗ੍ਹਾ ਇਕੱਠੇ ਹੋਣ ਨਹੀਂ ਦਿੱਤਾ ਗਿਆ। ਅਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਨਿਆਂਪਾਲਿਕਾ ਉਸ ਨੂੰ ਕਾਰਜਪਾਲਿਕਾ ਤੋਂ ਅਲੱਗ ਰੱਖਿਆ ਗਿਆ ਹੈ। ਉਸ ਨੂੰ ਕਾਰਜਪਾਲਿਕਾ ਦੇ ਕੰਟਰੋਲ ਤੋਂ ਮੁਕਤ ਕੀਤਾ ਗਿਆ ਹੈ ਤਾਂ ਕਿ ਉਹ ਲੋਕਾਂ ਨੂੰ ਨਿਆਂ ਦਿੰਦੇ ਸਮੇਂ ਕਿਸੇ ਵੀ ਤਰ੍ਹਾਂ ਦੇ ਪ੍ਰਭਾਵ ਵਿੱਚ ਨਾ ਰਹੇ। ਅਗਲਾ ਹੈ ਜੀ ਸੁਤੰਤਰ ਨਿਆਂਪਾਲਿਕਾ। ਜਿਵੇਂ ਮੈਂ ਹੁਣੇ ਹੀ ਦੱਸਿਆ ਹੈ ਕਿ ਸੁਤੰਤਰਤਾ ਦੀ ਰਾਖੀ ਸਾਡੀ ਨਿਆਂਪਾਲਿਕਾ ਕਰਦੀ ਹੈ ਅਤੇ ਇਸ ਦੇ ਲਈ ਨਿਆਂਪਾਲਿਕਾ ਦਾ ਖੁਦ ਆਜ਼ਾਦ ਹੋਣਾ, ਨਿਡਰ ਅਤੇ ਨਿਰਪੱਖ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਸੁਤੰਤਰ, ਨਿਡਰ ਤੇ ਨਿਰਪੱਖ ਨਿਆਂਪਾਲਿਕਾ ਹੀ ਲੋਕਾਂ ਨੂੰ ਨਿਆਂ ਦੇ ਸਕਦੀ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਜੱਜਾਂ ਦੀਆਂ ਜਿਹੜੀਆਂ ਤਨਖਾਹਾਂ ਬਹੁਤ ਜ਼ਿਆਦਾ ਵਧੀਆ ਹੋਣ ਤਾਂ ਕਿ ਉਹ ਕਿਸੇ ਲਾਲਚ ਵਿੱਚ ਆਏ ਬਿਨਾਂ ਲੋਕਾਂ ਨੂੰ ਨਿਆਂ ਦੇ ਸਕਣ। ਇਸ ਤੋਂ ਇਲਾਵਾ ਉਹਨਾਂ ਨੂੰ ਅਹੁਦੇ ਤੋਂ ਵੱਖ ਕਰਨ ਦੀ ਵਿਧੀ ਵੀ ਔਖੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਬੇਖੌਫ ਹੋ ਕੇ ਜਿਹੜਾ ਸਹੀ ਤਰੀਕੇ ਨਾਲ ਲੋਕਾਂ ਨੂੰ ਨਿਆਂ ਦੇ ਸਕਣ। ਇਸ ਤੋਂ ਅੱਗੇ ਹੈ ਕਾਨੂੰਨ ਦਾ ਸ਼ਾਸਨ। ਕਾਨੂੰਨ ਦਾ ਸ਼ਾਸਨ ਤੋਂ ਭਾਵ ਕਾਨੂੰਨ ਦੀਆਂ ਨਜ਼ਰਾਂ ਵਿੱਚ ਸਾਰੇ ਇੱਕ ਸਮਾਨ ਹੋਣ, ਕਿਸੇ ਨਾਲ ਵੀ ਕਿਸੇ ਪ੍ਰਕਾਰ ਦਾ ਕੋਈ ਭੇਦਭਾਵ ਨਾ ਕੀਤਾ ਜਾਵੇ। ਕਾਨੂੰਨ ਇਹ ਨਾ ਹੋਵੇ ਕਿ ਅਮੀਰ ਵਿਅਕਤੀ ਜਿਹੜਾ ਉਸ ਦਾ ਹੀ ਕਾਨੂੰਨ ਦੇ ਉੱਪਰ ਅਧਿਕਾਰ ਹੋਵੇ, ਕਾਨੂੰਨ ਉਸ ਦੇ ਪੱਖ ਦੇ ਵੀ ਹੀ ਗੱਲ ਕਰੇ। ਜਿਵੇਂ ਬ੍ਰਿਟੇਨ ਦੇ ਵਿੱਚ ਚਾਹੇ ਲਿਖਤੀ ਸੰਵਿਧਾਨ ਨਹੀਂ ਹੈ ਅਮਰੀਕਾ ਦੀ ਤਰ੍ਹਾਂ, ਪਰ ਉੱਥੇ ਜਿਹੜਾ ਕਾਨੂੰਨ ਦਾ ਸ਼ਾਸਨ ਹੈ, ਬ੍ਰਿਟਾਨੀਆ ਦੇ ਵਿੱਚ ਜਿਹੜਾ ਹਰ ਨਾਗਰਿਕ ਪ੍ਰਧਾਨ ਮੰਤਰੀ ਤੋਂ ਲੈ ਕੇ ਸੇਵਾਦਾਰ ਕਾਨੂੰਨ ਦੀਆਂ ਨਜ਼ਰਾਂ ਵਿੱਚ ਬਰਾਬਰ ਹਨ। ਤਾਂ ਅਜਿਹੇ ਮਾਹੌਲ ਵਿੱਚ ਹੀ ਨਾਗਰਿਕ ਵਧੀਆ ਤਰੀਕੇ ਨਾਲ ਆਪਣੀ ਸੁਤੰਤਰਤਾ ਨੂੰ ਮਾਣ ਸਕਦੇ ਹਨ। ਅੱਗੇ ਹੈ ਜੀ ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ। ਜਿਸ ਵੀ ਸਮਾਜ ਵਿੱਚ ਲੋਕਾਂ ਨੂੰ ਉਹਨਾਂ ਦੇ ਜਨਮ, ਜਾਤ, ਧਰਮ, ਨਸਲ ਅਤੇ ਵੰਸ਼ ਦੇ ਆਧਾਰ ਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਣਗੇ ਉੱਥੇ ਸੁਤੰਤਰਤਾ ਨਹੀਂ ਹੋਵੇਗੀ। ਪਰ ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਜਿਹੜੇ ਸਦੀਆਂ ਤੋਂ ਪਿਛੜੇ ਹੋਏ ਲੋਕ ਹੁੰਦੇ ਹਨ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਕੁਝ ਵਿਸ਼ੇਸ਼ ਸਹੂਲਤਾਂ ਦਿੱਤੀਆਂ ਵੀ ਜਾ ਸਕਦੀਆਂ ਹਨ। ਅੱਗੇ ਹੈ ਆਰਥਿਕ ਸੁਰੱਖਿਆ। ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਮਨੁੱਖ ਦੀਆਂ ਬੁਨਿਆਦੀ ਲੋੜਾਂ ਜਿਹੜੀਆਂ ਪੂਰੀਆਂ ਹੋਣੀਆਂ ਬਹੁਤ ਜ਼ਰੂਰੀ ਹਨ ਤਾਂ ਹੀ ਉਹ ਰਾਜਨੀਤਿਕ ਅਧਿਕਾਰ ਤੇ ਹੋਰ ਜਿਹੜੇ ਬਾਕੀ ਅਧਿਕਾਰ ਸੁਤੰਤਰਤਾਵਾਂ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਮਾਣ ਸਕਦਾ ਹੈ। ਇਸ ਤੋਂ ਅੱਗੇ ਹੈ ਇਮਾਨਦਾਰ ਅਤੇ ਸੁਤੰਤਰ ਛਾਪਾਖਾਨਾ। ਜਿਹੜਾ ਸਾਡਾ ਪ੍ਰੈਸ ਮੀਡੀਆ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਉਹਦਾ ਵੀ ਸੁਤੰਤਰ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਅੱਗੇ ਹੈ ਠੀਕ ਸੰਗਠਿਤ ਰਾਜਨੀਤਿਕ ਦਲ। ਠੀਕ ਸੰਗਠਿਤ ਰਾਜਨੀਤਿਕ ਦਲ ਦਾ ਭਾਵ ਹੈ ਕਿ ਜਿਹੜੇ ਰਾਜਨੀਤਿਕ ਦਲ ਆਪਣੇ ਹਿੱਤਾਂ ਨਾਲੋਂ ਜ਼ਿਆਦਾ ਜਨਤਾ ਦੇ ਹਿੱਤਾਂ ਨੂੰ ਪਹਿਲ ਦੇਣ। ਤੇ ਠੀਕ ਸੰਗਠਿਤ ਰਾਜਨੀਤਿਕ ਦਲ ਜਿਹੜੇ ਆ ਜੋ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਸ਼ਾਸਨ ਚਲਾ ਰਹੀ ਪਾਰਟੀ ਦੀ ਨੀਤੀਆਂ ਦੀ ਆਲੋਚਨਾ ਕਰਕੇ ਲੋਕਾਂ ਨੂੰ ਜਾਗਰੂਕ ਕਰਦੀਆਂ ਹਨ ਤੇ ਲੋਕਾਂ ਦੇ ਸੁਤੰਤਰਤਾ ਦੀ ਰੱਖਿਆ ਕਰਦੀਆਂ ਹਨ। ਅੱਗੇ ਹੈ ਰਾਜਨੀਤਿਕ ਸਿੱਖਿਆ। ਰਾਜਨੀਤਿਕ ਰੂਪ ਵਿੱਚ ਸਿਆਣੇ ਨਾਗਰਿਕ ਹੀ ਸਰਕਾਰ ਦੀਆਂ ਗਲਤ ਜਾਂ ਸੁਤੰਤਰਤਾ ਦੇ ਵਿਰੁੱਧ ਨੀਤੀਆਂ ਦੀ ਆਲੋਚਨਾ ਕਰਕੇ ਉਸ ਨੂੰ ਜ਼ਿੰਮੇਦਾਰ ਬਣਾ ਸਕਦੇ ਹਨ। ਲਿਖਤੀ ਸੰਵਿਧਾਨ। ਜਦੋਂ ਦੇਸ਼ ਦੇ ਨਾਗਰਿਕਾਂ ਦੀਆਂ ਜਿਹੜੀਆਂ ਸੁਤੰਤਰਤਾਵਾਂ ਕਿਤੇ ਲਿਖਤੀ ਰੂਪ ਵਿੱਚ ਹੋਣਗੀਆਂ ਤਾਂ ਸਰਕਾਰ ਦੁਆਰਾ ਉਹਨਾਂ ਦੀ ਉਲੰਘਣਾ ਕਰਨੀ ਜਿਹੜੀ ਆ ਮੁਸ਼ਕਿਲ ਹੋ ਜਾਵੇਗੀ। ਇਸ ਤਰ੍ਹਾਂ ਵੀ ਜਿਹੜੀ ਆ ਉਹਨਾਂ ਦੀ ਸੁਤੰਤਰਤਾ ਦੀ ਰਾਖੀ ਹੋ ਸਕਦੀ ਹੈ। ਇਸ ਤੋਂ ਅੱਗੇ ਹੈ ਜੀ ਸੁਤੰਤਰਤਾ ਲਈ ਪ੍ਰੇਮ। ਸਭ ਤੋਂ ਜ਼ਰੂਰੀ ਹੈ ਕਿ ਲੋਕਾਂ ਦੇ ਮਨਾਂ ਵਿੱਚ ਆਜ਼ਾਦੀ ਲਈ ਪਿਆਰ ਹੋਣਾ ਚਾਹੀਦਾ ਹੈ ਤਾਂ ਹੀ ਉਹ ਉਹਨੂੰ ਪ੍ਰਾਪਤ ਕਰਨ ਦਾ, ਉਹਨੂੰ ਰਾਖੀ ਕਰਨ ਦੀ ਉਹਦਾ ਯਤਨ ਕਰਨਗੇ। ਜਿਵੇਂ ਕਿ ਸੁਕਰਾਤ ਨੇ ਤਾਂ ਸੁਤੰਤਰਤਾ ਦੀ ਰਾਖੀ ਲਈ ਜ਼ਹਿਰ ਦਾ ਪਿਆਲਾ ਤੱਕ ਵੀ ਪੀ ਲਿਆ ਸੀ। ਇਹ ਸੀ ਸੁਤੰਤਰਤਾ ਦੀ ਰਾਖੀ ਕਿਵੇਂ ਕੀਤੀ ਜਾ ਸਕਦੀ ਹੈ। ਹੁਣ ਇਸ ਤੋਂ ਅੱਗੇ ਅਸੀਂ ਕਰਾਂਗੇ ਕਾਨੂੰਨ ਤੇ ਸੁਤੰਤਰਤਾ ਦੇ ਆਪਸੀ ਸੰਬੰਧ ਕਿਹੋ ਜਿਹੇ ਹਨ।
ਇਸ ਦੇ ਬਾਰੇ ਦੋ ਤਰ੍ਹਾਂ ਦੇ ਵਿਚਾਰ ਹਨ ਕਿ ਕਾਨੂੰਨ ਅਤੇ ਸੁਤੰਤਰਤਾ ਇੱਕ ਦੂਸਰੇ ਦੇ ਵਿਰੋਧੀ ਹਨ। ਦੂਸਰਾ ਹੈ ਇੱਕ ਦੂਸਰੇ ਦੇ ਵਿਰੋਧੀ ਨਹੀਂ ਸਗੋਂ ਸਹਿਯੋਗੀ ਹਨ। ਵਿਰੋਧੀ ਇੱਕ ਕਾਨੂੰਨ ਤੇ ਸੁਤੰਤਰਤਾ ਇੱਕ ਦੂਸਰੇ ਦੇ ਵਿਰੋਧੀ ਹਨ। ਇਸ ਦੇ ਬਾਰੇ ਵਿਦਵਾਨਾਂ ਦੇ ਵਿਚਾਰ ਇਸ ਤਰ੍ਹਾਂ ਹਨ। ਵਿਅਕਤੀਵਾਦੀਆਂ ਦਾ ਵਿਚਾਰ ਹੈ ਕਿ ਰਾਜ ਦੇ ਕਾਨੂੰਨ ਵਿਅਕਤੀ ਦੀ ਸੁਤੰਤਰਤਾ ਤੇ ਰੋਕ ਲਗਾਉਂਦੇ ਹਨ। ਅਰਾਜਕਤਾਵਾਦੀਆਂ ਦਾ ਵਿਚਾਰ ਹੈ ਕਿ ਰਾਜ ਆਪਣੀ ਸ਼ਕਤੀ ਦਾ ਪ੍ਰਯੋਗ ਨਾਲ ਵਿਅਕਤੀ ਦੀ ਸੁਤੰਤਰਤਾ ਨੂੰ ਖਤਮ ਕਰਦਾ ਹੈ। ਮਜ਼ਦੂਰ ਸੰਘਵਾਦੀਆਂ ਦਾ ਕਹਿਣਾ ਹੈ ਕਿ ਰਾਜ ਦੇ ਕਾਨੂੰਨ ਪੂੰਜੀਪਤੀਆਂ ਦੇ ਹੱਥ ਵਿੱਚ, ਅਮੀਰ ਲੋਕਾਂ ਦੇ ਹੱਥ ਵਿੱਚ ਇੱਕ ਹਥਿਆਰ ਹੁੰਦੇ ਹਨ ਜਿਸ ਨਾਲ ਉਹ ਮਜ਼ਦੂਰਾਂ ਦਾ ਸ਼ੋਸ਼ਣ ਕਰਦੇ ਹਨ। ਬਹੁਲਵਾਦੀਆਂ ਦਾ ਵਿਚਾਰ ਹੈ ਕਿ ਰਾਜ ਕੋਲ ਜਿੰਨੀ ਜ਼ਿਆਦਾ ਸੱਤਾ ਹੋਵੇਗੀ ਵਿਅਕਤੀ ਨੂੰ ਉਨੀ ਹੀ ਘੱਟ ਸੁਤੰਤਰਤਾ ਮਿਲੇਗੀ। ਇਸ ਤਰ੍ਹਾਂ ਨਾਲ ਇਹਨਾਂ ਦਾ ਮੰਨਣਾ ਹੈ ਕਿ ਕਾਨੂੰਨ ਤੇ ਸੁਤੰਤਰਤਾ ਇੱਕ ਦੂਜੇ ਦੇ ਵਿਰੋਧੀ ਹਨ। ਹੁਣ ਅਸੀਂ ਗੱਲ ਕਰਾਂਗੇ ਕਾਨੂੰਨ ਤੇ ਸੁਤੰਤਰਤਾ ਵਿਰੋਧੀ ਨਹੀਂ ਬਲਕਿ ਇੱਕ ਦੂਸਰੇ ਦੇ ਸਹਿਯੋਗੀ ਹਨ। ਜਿੱਥੇ ਕਾਨੂੰਨ ਹੋਵੇਗਾ ਉੱਥੇ ਸੁਤੰਤਰਤਾ ਵੀ ਹੋਵੇਗੀ। ਲੋਕ ਅਨੁਸਾਰ ਜਿੱਥੇ ਕਾਨੂੰਨ ਨਹੀਂ ਉੱਥੇ ਸੁਤੰਤਰਤਾ ਨਹੀਂ ਹੋ ਸਕਦੀ। ਵਿਲੋਬੀ ਅਨੁਸਾਰ ਰੋਕਾਂ ਕਰਕੇ ਹੀ ਸੁਤੰਤਰਤਾ ਦੀ ਹੋਂਦ ਹੈ। ਇਸ ਦੇ ਲਈ ਇਹਨਾਂ ਨੇ ਦਲੀਲਾਂ ਦਿੱਤੀਆਂ ਹਨ ਕਿ ਸੁਤੰਤਰਤਾ ਦਾ ਅਰਥ ਰੋਕਾਂ ਦੀ ਅਣਹੋਂਦ ਨਹੀਂ। ਜਿਵੇਂ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਸੁਤੰਤਰਤਾ ਥੋੜ੍ਹੀਆਂ ਜਿਹੀਆਂ ਜ਼ਰੂਰੀ ਰੋਕਾਂ ਵਿੱਚ ਰਹਿ ਕੇ ਹੀ ਮਾਣੀ ਜਾ ਸਕਦੀ ਹੈ। ਕਾਨੂੰਨ ਤੋਂ ਬਿਨਾਂ ਅਰਾਜਕਤਾ ਦਾ ਰਾਜ ਹੋਵੇਗਾ। ਜੇ ਕਾਨੂੰਨ ਨਹੀਂ ਤਾਂ ਅਰਾਜਕਤਾ ਹੋਵੇਗੀ। ਸਮਾਜ ਵਿੱਚ ਕਿਸੇ ਵਿਅਕਤੀ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਮੇਰੇ ਕੀ ਅਧਿਕਾਰ ਹਨ, ਕੀ ਜ਼ਿੰਮੇਵਾਰੀਆਂ ਹਨ। ਸੁਤੰਤਰਤਾ ਮਾਨਣ ਦੇ ਲਈ ਕਾਨੂੰਨ ਜ਼ਰੂਰੀ ਹੈ ਕਿਉਂਕਿ ਕਾਨੂੰਨ ਅਪਰਾਧਾਂ ਨੂੰ ਰੋਕਦਾ ਹੈ ਤੇ ਸੁਤੰਤਰਤਾ ਮਾਨਣ ਦੇ ਰਾਹ ਵਿੱਚ ਜਿਹੜੀਆਂ ਵੀ ਰੁਕਾਵਟਾਂ ਆਉਂਦੀਆਂ ਹਨ ਉਹਨਾਂ ਨੂੰ ਦੂਰ ਕਰਦਾ ਹੈ। ਕਾਨੂੰਨ ਸੁਤੰਤਰਤਾ ਮਾਨਣ ਲਈ ਉਚਿਤ ਵਾਤਾਵਰਣ ਪੈਦਾ ਕਰਦੇ ਹਨ ਜਿਸ ਨਾਲ ਵਿਅਕਤੀ ਦਾ ਵਿਕਾਸ ਵਧੀਆ ਤਰੀਕੇ ਨਾਲ ਹੋ ਸਕਦਾ ਹੈ। ਕਾਨੂੰਨ ਸਰਕਾਰ ਦੀਆਂ ਸ਼ਕਤੀਆਂ ਵੀ ਸੀਮਿਤ ਕਰਦੇ ਹਨ ਤੇ ਉਸ ਨੂੰ ਮਨਮਰਜ਼ੀ ਕਰਨ ਤੋਂ ਰੋਕਦੇ ਹਨ। ਇਹ ਸੀ ਕਾਨੂੰਨ ਤੇ ਸੁਤੰਤਰਤਾ ਇੱਕ ਦੂਸਰੇ ਦੇ ਕਿਵੇਂ ਸਹਿਯੋਗੀ ਹਨ ਉਸ ਬਾਰੇ ਦਲੀਲਾਂ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਹਰ ਕਾਨੂੰਨ ਜਿਹੜਾ ਸੁਤੰਤਰਤਾ ਦੀ ਰਾਖੀ ਨਹੀਂ ਕਰਦਾ। ਕੁਝ ਜਿਹੜੇ ਆ ਕਾਨੂੰਨ ਆ ਸੁਤੰਤਰਤਾ ਦਾ ਗਲਾ ਵੀ ਘੁੱਟਦੇ ਹਨ। ਜਿਵੇਂ 1947 ਤੋਂ ਪਹਿਲਾਂ ਬ੍ਰਿਟਿਸ਼ ਸਰਕਾਰ ਨੇ ਸਾਡੇ ਭਾਰਤੀਆਂ ਦੀ ਸੁਤੰਤਰਤਾ ਨੂੰ ਸੀਮਿਤ ਕਰਨ ਲਈ ਰੌਲਟ ਐਕਟ ਬਣਾਇਆ, ਵਰਨਾਕੂਲਰ ਪ੍ਰੈਸ ਐਕਟ ਬਣਾਇਆ। ਵਰਨਾਕੂਲਰ ਪ੍ਰੈਸ ਐਕਟ ਦਾ ਜਿਹੜਾ ਮਕਸਦ ਸੀ ਉਹ ਸੀ ਮੀਡੀਆ ਦੀ ਸੁਤੰਤਰਤਾ ਨੂੰ ਸੀਮਿਤ ਕਰਨਾ ਤਾਂ ਕਿ ਜਿਹੜਾ ਮੀਡੀਆ ਲੋਕਾਂ ਤੱਕ ਬ੍ਰਿਟਿਸ਼ ਸਰਕਾਰ ਦੀਆਂ ਜਿਹੜੀਆਂ ਮਾੜੀਆਂ ਨੀਤੀਆਂ ਨੂੰ ਨਾ ਲੈ ਕੇ ਜਾਵੇ। ਇਹ ਤਾਂ ਸੀ ਜੀ ਅੱਜ ਦਾ ਸਾਡਾ ਟੌਪਿਕ। ਇਹਦੇ ਵਿੱਚ ਅਸੀਂ ਅੱਜ ਸੁਤੰਤਰਤਾ ਦੀਆਂ ਕਿਸਮਾਂ ਕੀਤੀਆਂ, ਸੁਤੰਤਰਤਾ ਦੀ ਰੱਖਿਆ ਕਿਵੇਂ ਕੀਤੀ ਜਾ ਸਕਦੀ ਹੈ, ਇਸ ਦੇ ਆਪਸੀ ਸਬੰਧ। ਹਰ ਕਾਨੂੰਨ ਵਿਅਕਤੀ ਦੀ ਸੁਤੰਤਰਤਾ ਦੀ ਰਾਖੀ ਨਹੀਂ ਕਰਦਾ। ਇਹ ਅਸੀਂ ਅੱਜ ਚੰਗੀ ਤਰ੍ਹਾਂ ਕੀਤਾ। ਸੁਤੰਤਰਤਾ ਦੀ ਕਿਸਮਾਂ ਨੂੰ ਅਸੀਂ ਵਿਸਥਾਰ ਨਾਲ ਦੇਖਿਆ। ਇਸ ਦੀ ਰਾਖੀ ਲਈ ਜਾਗਰੂਕ ਨਾਗਰਿਕਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਇਹਦੇ ਵਿੱਚ ਅਸੀਂ ਕੀਤਾ ਕਿ ਸੁਤੰਤਰਤਾ ਲਈ ਰਾਖੀ ਲਈ ਜ਼ਰੂਰੀ ਹੈ ਕਿ ਲੋਕਾਂ ਦੇ ਮਨਾਂ ਵਿੱਚ ਸੁਤੰਤਰਤਾ ਲਈ ਪ੍ਰੇਮ ਹੋਵੇ ਤੇ ਜਿਹੜੇ ਸਾਡੇ ਰਾਜਨੀਤਿਕ ਦਲ ਨੇ ਉਹ ਠੀਕ ਤਰੀਕੇ ਨਾਲ ਸੰਗਠਿਤ ਹੋਣ। ਇਸ ਤੋਂ ਇਲਾਵਾ ਜਿਹੜਾ ਸਾਡਾ ਪ੍ਰੈਸ ਆ, ਸਾਡੇ ਅਖਬਾਰ ਨੇ, ਸਾਡਾ ਟੀਵੀ ਆ, ਜਿਹੜੇ ਸਾਡੇ ਤੱਕ ਖਬਰਾਂ ਲੈ ਕੇ ਆਉਂਦੇ ਨੇ ਸਰਕਾਰ ਦੀਆਂ ਚੰਗੀਆਂ ਮਾੜੀਆਂ ਨੀਤੀਆਂ ਦੀ, ਉਹ ਵੀ ਜਿਹੜੇ ਆ ਸੁਤੰਤਰ ਹੋਣੇ ਚਾਹੀਦੇ ਹਨ। ਜੇ ਉਹ ਖੁਦ ਸੁਤੰਤਰ ਹੋਣਗੇ ਤਾਂ ਹੀ ਉਹ ਸਹੀ ਖਬਰ ਨੂੰ ਲੋਕਾਂ ਤੱਕ ਪਹੁੰਚਾਉਣਗੇ। ਇਸ ਸਭ ਤੋਂ ਜ਼ਰੂਰੀ ਹੈ ਕਿ ਆਰਥਿਕ ਸੁਰੱਖਿਆ ਜਿਹੜੀ ਆ ਹੋਣੀ ਬਹੁਤ ਜ਼ਰੂਰੀ ਆ। ਜਿਸ ਦੇਸ਼ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਬੇਸਿਕ ਨੀਡਸ ਨੇ ਉਹ ਨਹੀਂ ਪੂਰੀਆਂ ਹੋਣਗੀਆਂ ਤਾਂ ਉਹ ਬਾਕੀ ਅਧਿਕਾਰਾਂ ਨੂੰ ਵੀ ਠੀਕ ਤਰੀਕੇ ਨਾਲ ਨਹੀਂ ਮਾਣ ਸਕਦੇ। ਜਿਵੇਂ ਅਸੀਂ ਵੋਟਾਂ ਦੇ ਦਿਨਾਂ ਵਿੱਚ ਆਮ ਹੀ ਦੇਖਦੇ ਹਾਂ ਕਿ ਜਿਹੜਾ ਗਰੀਬ ਵਿਅਕਤੀ ਹੁੰਦਾ ਹੈ ਉਹ ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਦੇ ਵਿੱਚ ਆਪਣੀ ਵੋਟ ਵੇਚ ਦਿੰਦਾ ਹੈ ਕਿਉਂਕਿ ਉਸ ਨੂੰ ਤਾਂ ਚਿੰਤਾ ਰੋਟੀ ਦੀ ਹੈ। ਉਸ ਨੂੰ ਆਪਣੇ ਰਾਜਨੀਤਿਕ ਅਧਿਕਾਰਾਂ ਤੱਕ ਕੋਈ ਮਤਲਬ ਨਹੀਂ ਹੈ। ਜਦੋਂ ਉਸਦਾ ਪਰਿਵਾਰ ਜਿਹੜਾ ਭੁੱਖਾ ਹੈ ਉਹ ਆਪਣੀ ਰੋਟੀ ਦੇ ਮਕਸਦ ਦੇ ਲਈ, ਰੋਟੀ ਦੀ ਜਿਹੜੀ ਭੁੱਖ ਮਿਟਾਉਣ ਦੇ ਲਈ ਆਪਣੇ ਰਾਜਨੀਤਿਕ ਅਧਿਕਾਰ ਨੂੰ ਥੋੜ੍ਹੇ ਜਿਹੇ ਪੈਸਿਆਂ ਲਈ ਵੇਚ ਦਿੰਦਾ ਹੈ। ਇਸ ਤੋਂ ਬਾਅਦ ਅਸੀਂ ਕਾਨੂੰਨ ਤੇ ਸੁਤੰਤਰਤਾ ਦੇ ਆਪਸੀ ਸਬੰਧ ਬਾਰੇ ਦੇਖਿਆ ਕਿ ਇਹ ਇੱਕ ਦੂਜੇ ਦੇ ਵਿਰੋਧੀ ਨਹੀਂ ਬਲਕਿ ਸਹਿਯੋਗੀ ਹਨ। ਕਾਨੂੰਨਾਂ ਦੇ ਵਿੱਚ ਰਹਿ ਕੇ ਹੀ ਅਸੀਂ ਸਾਰੇ ਜਿਹੜੇ ਆ ਚੰਗੀ ਤਰੀਕੇ ਨਾਲ ਸੁਤੰਤਰਤਾ ਨੂੰ ਮਾਣ ਸਕਦੇ ਹਾਂ ਤੇ ਹਰ ਕਾਨੂੰਨ ਵਿਅਕਤੀ ਦੀ ਸੁਤੰਤਰਤਾ ਦੀ ਰਾਖੀ ਨਹੀਂ ਕਰਦਾ। ਇਹਦੇ ਵਿੱਚ ਅਸੀਂ ਬ੍ਰਿਟਿਸ਼ ਸਰਕਾਰ ਵਾਲੇ ਕਾਨੂੰਨਾਂ ਬਾਰੇ ਗੱਲ ਕੀਤੀ। ਇਸ ਤੋਂ ਇਲਾਵਾ ਅੱਜ ਕੱਲ੍ਹ ਦੀਆਂ ਲੋਕਤੰਤਰੀ ਸਰਕਾਰਾਂ ਵੀ ਕਈ ਵਾਰ ਦੇਸ਼ ਦੇ ਵਿੱਚ ਅਮਨ ਚੈਨ ਜਿਹੜਾ ਬਣਾਏ ਰੱਖਣ ਦੇ ਲਈ ਕੁਝ ਅਜਿਹੇ ਕਾਨੂੰਨ ਪਾਸ ਕਰ ਦਿੰਦੇ ਹਨ ਜਿਹੜੇ ਕਿ ਸਾਡੀ ਸੁਤੰਤਰਤਾ ਦੇ ਉੱਪਰ ਕਾਫੀ ਬੇਲੋੜੀਆਂ ਰੋਕਾਂ ਲਗਾ ਦਿੰਦੇ ਹਨ
ਤੇ ਮੈਨੂੰ ਲੱਗਦਾ ਹੈ ਕਿ ਅੱਜ ਦਾ ਇਹ ਲੈਕਚਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਜੇਕਰ ਤੁਹਾਨੂੰ ਇਸ ਦੇ ਬਾਰੇ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੈ ਤਾਂ ਉਹ ਤੁਸੀਂ ਆਪਣੇ ਸਬਜੈਕਟ ਟੀਚਰ ਨਾਲ ਗੱਲ ਕਰ ਸਕਦੇ ਹੋ। ਤੁਸੀਂ ਆਪਣੇ ਘਰਾਂ ਵਿੱਚ ਰਹਿ ਕੇ ਵਧੀਆ ਤਰੀਕੇ ਨਾਲ ਪੜ੍ਹਾਈ ਕਰੋ। ਸਟੇ ਹੋਮ, ਸਟੇ ਸੇਫ। ਥੈਂਕ ਯੂ।